शहीद राजगुरू सुखदेव ਤੇ ਸਰਦਾਰ ਭਗਤ ਸਿੰਘ ਦਾ ਸ਼ਹਾਦਤ ਦਾ ਦਿਹਾੜਾ 23 ਮਾਰਚ ਜਦੋਂ ਵੀ ਆਉਂਦਾ ਹੈ ਤਾਂ ਕੁਝ ਇੱਕ ਸਵਾਲ ਜਿਹੜੇ ਨੇ ਉਹ ਸਾਹਮਣੇ ਉੱਭਰ ਕੇ ਆਉਂਦੇ ਨੇ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜਿਹੜੇ ਦੂਸਰੇ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਫਾਂਸੀ ਲੱਗੇ ਸੀ ਲਾਹੌਰ ਜੇਲ੍ਹ ਦੇ ਵਿੱਚ, ਉਹਨਾਂ ਦੀ ਇਸ ਜ਼ਿੰਦਗੀ ਵਿੱਚ ਕੀ ਰੈਲੇਵੈਂਸ ਆ ਜਾਂ ਉਹ ਕਿਸ ਕਿਸਮ ਦੀ ਸੋਚ ਧਾਰਾ ਦੇ ਸਵਾਮੀ ਸੀ। ਕੁਛ ਦੋਸਤ ਇਹ ਵੀ ਸਵਾਲ ਕਰਦੇ ਨੇ ਕਿ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਜਦੋਂ ਸਾਹਮਣੇ ਆਈਆਂ ਨੇ ਤਾਂ ਇੱਕ ਚਿੰਤਕ ਦੇ ਰੂਪ ਵਿੱਚ ਉੱਭਰੇ ਨੇ, ਉਹ ਕਿੱਡੇ ਕੁ ਪੱਧਰ ਦੇ ਚਿੰਤਕ ਸੀ, ਇਹ ਸਵਾਲ ਵੀ ਉੱਭਰ ਕੇ ਸਾਹਮਣੇ ਆਉਂਦਾ। ਸਵਾਲ ਵੱਡੇ ਜਾਂ ਛੋਟੇ ਹੋਣ ਦਾ ਨਹੀਂ, ਸਵਾਲ ਇਸ ਗੱਲ ਦਾ ਹੈ ਕਿ ਸ਼ਹੀਦ ਭਗਤ ਸਿੰਘ ਚਿੰਤਨ ਦੇ ਲੜ ਲੱਗੇ ਹੋਏ ਉਹ ਵਿਅਕਤੀ ਸਨ ਜਿਨ੍ਹਾਂ ਨੇ ਯੁੱਗ ਪਰਿਵਰਤਨ ਦਾ ਆਪਣੇ ਮਨ 'ਚ ਸੁਪਨਾ ਲਿਆ ਸੀ। ਔਰ ਜਦੋਂ ਪਹਿਲੀ ਵਾਰ ਲਾਹੌਰ ਛੱਡਿਆ ਉਹਨਾਂ ਨੇ ਸਾਂਡਰਸ ਕਤਲ ਕੇਸ ਦੇ ਸਿਲਸਿਲੇ 'ਚ ਕਾਨਪੁਰ ਗਏ ਨੇ ਤਾਂ ਉੱਥੇ ਵੀ ਉਹਨਾਂ ਨੇ ਜਾ ਕੇ ਇੱਕ ਅਖਬਾਰ ਦੇ ਵਿੱਚ ਕੰਮ ਕੀਤਾ ਬਲਵੰਤ ਦੇ ਨਾਂ ਥੱਲੇ, ਜਿਹੜੇ ਲੇਖ ਉਦੋਂ ਲਿਖੇ ਕੁਝ ਦੇਸ਼ ਭਗਤਾਂ ਬਾਰੇ, ਜਾਂ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਜੋ ਦੁਨੀਆ ਭਰ ਦੇ ਚਿੰਤਕਾਂ ਨੂੰ ਪੜ੍ਹਿਆ, ਆਪਣੇ ਅੰਦਰ ਆਤਮਸਾਤ ਕੀਤਾ ਔਰ ਪੰਜਾਬ ਦੀ ਅਤੇ ਦੇਸ਼ ਦੀ ਸਥਿਤੀ ਨੂੰ ਸਾਹਮਣੇ ਰੱਖਦੇ ਹੋਏ ਜਿਸ ਕਿਸਮ ਦਾ ਉਹਨਾਂ ਨੇ ਆਪਣਾ ਅੰਦਾਜ਼ ਘੜਿਆ, ਉਹਦੇ ਸਦਕਾ ਉਹ ਇੱਕ ਮਹਾਨ ਚਿੰਤਕ ਦੇ ਰੂਪ ਉੱਭਰਦੇ ਨੇ ਜਿਸ ਦਾ ਹਵਾਲਾ ਦੁਨੀਆ ਭਰ ਦੇ ਜਿਹੜੇ ਖੋਜਕਾਰ ਨੇ ਉਹ ਦਿੰਦੇ ਨੇ। ਸੋ ਮੈਂ ਇੱਕ ਲੇਖਕ ਹੋਣ ਨਾਤੇ ਉਹਨਾਂ ਨੂੰ ਬਹੁਤ ਉਚੇਰੀ ਥਾਂ 'ਤੇ ਰੱਖਦਾ ਔਰ ਉਹਨਾਂ ਦੇ ਮਾਣ। ਸ਼ਹੀਦ ਭਗਤ ਸਿੰਘ ਵਰਗੀ ਲੜ ਵਾਲੀ ਦਸਤਾਰ, ਬਸੰਤੀ ਚੋਲਾ ਇਕੱਲਾ 23 ਮਾਰਚ ਨੂੰ ਹੀ ਕਿਉਂ, ਸਾਨੂੰ ਉਹ ਬਸੰਤੀ ਚੋਲਾ ਕਿਉਂ ਭੁੱਲ ਜਾਂਦਾ ਹੈ ਕਿ ਉਸ ਦੇ ਥੱਲੇ ਜਿਹੜਾ ਸਿਰ ਹੈ ਉਹ ਸਿਰ ਵਿੱਚ ਕੀ ਕੁਛ ਹੈ। ਸਾਨੂੰ ਕਿਉਂ ਭੁੱਲ ਜਾਂਦਾ ਹੈ ਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਇੱਕ ਦਿਨ ਦੇ ਨਾਇਕ ਨਹੀਂ, ਉਹ ਜ਼ਿੰਦਗੀ ਦੇ ਨਾਇਕ ਨੇ ਔਰ ਹਰ ਪਲ ਚੇਤੇ ਰੱਖਣ ਦੀ ਲੋੜ ਹੈ ਉਹਨਾਂ ਨੂੰ। ਸ਼ਹੀਦ ਸੁਖਦੇਵ ਦੀਆਂ ਚਿੱਠੀਆਂ ਪੜ੍ਹੋ, ਰਾਜਗੁਰੂ ਹੋਰਾਂ ਦਾ ਸਹਿਜ ਸੁਭਾਈ ਅੰਦਾਜ਼ ਪੜ੍ਹੋ, ਆਪਣੇ ਆਪ ਦੇ ਵਿੱਚ ਹੀ ਇੱਕ ਇਸ ਮੁਲਕ ਦੀ ਫੁਲਕਾਰੀ ਦਾ ਸਰੂਪ ਬਣਦਾ ਕਿ ਪੂਨੇ ਦੇ ਨੇੜੇ ਰਾਜਗੁਰੂ ਦਾ ਪਿੰਡ ਹੈ। ਸੁਖਦੇਵ ਜੀ ਲੁਧਿਆਣੇ ਦੇ ਜੰਮੇ ਜਾਏ ਔਰ ਲਾਇਲਪੁਰ 'ਚ ਭਗਤ ਸਿੰਘ ਦੇ ਨਾਲ ਹੀ ਬਚਪਨ ਤੋਂ ਖੇਡੇ ਮੱਲੇ। ਸ਼ਹੀਦ ਭਗਤ ਸਿੰਘ ਦਾ ਪਰਿਵਾਰ ਸਾਰਾ ਹੀ ਖਟਕੜ ਕਲਾਂ ਤੋਂ ਉੱਠ ਕੇ ਬਾਬਾ ਅਰਜਨ ਸਿੰਘ ਤੋਂ ਵੀ ਪਹਿਲਾਂ ਬਾਹਰ 'ਚ ਗਿਆ, 12 ਆਬਾਦ ਕੀਤੀਆਂ, ਪਗੜੀ ਸੰਭਾਲੋ ਜੱਟਾ ਲਹਿਰ ਰਾਹੀਂ ਲੋਕ ਜਾਗਰਤ ਕੀਤੇ, ਕਿਸਾਨੀ ਜਾਗਰਤ ਕੀਤੀ ਔਰ ਉਸ ਦਾ ਹੀ ਪ੍ਰਤਾਪ ਕੇ ਸ਼ਹੀਦ ਭਗਤ ਸਿੰਘ ਬਚਪਨ ਤੋਂ ਹੀ ਦਮੂਖਾਂ ਬੀਜਣ ਦੇ ਸੁਪਨੇ ਲੈਣ ਲੱਗਿਆ। ਭਾਵੇਂ ਇਹ ਗੱਲ ਪ੍ਰਤੀਕਾਤਮਕ ਰੂਪ ਵਿੱਚ ਹੈ ਪਰ ਸੱਚ ਇਹ ਹੈ ਕਿ ਸ਼ਬਦ ਸੱਭਿਆਚਾਰ ਨਾਲ ਉਸ ਦਾ ਵਾਹ ਵਾਸਤਾ ਪਹਿਲੇ ਦਿਨੋਂ ਪੈ ਗਿਆ ਸੀ। ਇਸ ਗੱਲ ਦਾ ਹਵਾਲਾ ਪ੍ਰਿੰਸੀਪਲ ਸ਼ਬੀਲ ਦਾਸ ਦੀਆਂ ਲਿਖਤਾਂ 'ਚੋਂ ਮਿਲਦਾ, ਜਿਹੜੇ ਉਹਦੇ ਕਾਲਜ ਦੇ ਪ੍ਰਿੰਸੀਪਲ ਸਨ ਨੈਸ਼ਨਲ ਕਾਲਜ ਲਾਹੌਰ ਦੇ, ਜਾਂ ਹੋਰ ਸੂਰਮਿਆਂ ਦੀਆਂ ਲਿਖਤਾਂ 'ਚੋਂ ਲੱਭਦਾ ਕਿ ਭਗਤ ਸਿੰਘ ਦੀ ਭੁੱਖ ਅਨਾਜ ਨਹੀਂ ਸੀ, ਕੋਈ ਫੈਲਸੂਫੀਆ ਨਹੀਂ ਸੀ, ਉਸ ਦੀ ਚੇਸ਼ਟਾ ਭੁੱਖ ਹਰ ਵੇਲੇ ਗਿਆਨ ਸੀ ਅਤੇ ਗਿਆਨ ਤੋਂ ਅੱਗੇ ਤੁਰਨਾ ਹੀ ਉਸ ਦੀ ਇੱਕ ਲੋੜ ਸੀ। ਇਹ ਵੀ ਅਕਸਰ ਨੌਜਵਾਨ ਆਖਦੇ ਨੇ ਕਿ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੋਟਾਂ 'ਤੇ ਕਿਉਂ ਨਹੀਂ, ਨੋਟਾਂ 'ਤੇ ਲੱਗੇ ਜਾਂ ਨਾ ਲੱਗੇ, ਜਿੱਥੇ ਭਗਤ ਸਿੰਘ ਦੀ ਤਸਵੀਰ ਟੰਗੀ ਹੋਈ ਹੈ ਨਾ ਉੱਥੇ ਕੋਈ ਹੋਰ ਤਸਵੀਰ ਟੰਗੀ ਵੀ ਨਹੀਂ ਜਾ ਸਕਦੀ। ਉਹ ਜਗ੍ਹਾ ਹੈ ਨੌਜਵਾਨ, ਦੁਨੀਆ ਭਰ ਦੇ ਨੌਜਵਾਨਾਂ ਦੀ ਦਿਲ ਵਿੱਚ ਉਹ ਖਿੜਕੀ ਜਿਸ ਵਿੱਚ ਭਗਤ ਸਿੰਘ ਪਤਾ ਨਹੀਂ ਕਿਹੜੇ ਵੇਲੇ ਦਾਖਲ ਹੋ ਗਿਆ, ਗੂੜਾ ਰੰਗ ਕਰ ਗਿਆ। ਰਾਜਗੁਰੂ ਤੇ ਸੁਖਦੇਵ ਵਰਗੇ ਸਰਵਾਲੇ ਵੀ ਨਾਲ ਨੇ ਔਰ ਉਸ ਨੂੰ ਕੋਈ ਉਖਾੜ ਨਹੀਂ ਸਕਦਾ। ਨੋਟ ਫਟ ਸਕਦਾ ਹੈ, ਨੋਟ ਦੇ ਉੱਤੇ ਕਿਸੇ ਦਾ ਨਾਮ ਤਬਦੀਲ ਕੀਤਾ ਜਾ ਸਕਦਾ ਹੈ, ਪਰ ਜਿੱਥੇ ਭਗਤ ਸਿੰਘ ਦਾ ਨਾਮ ਛਪਿਆ ਉੱਥੋਂ ਸ਼ਾਇਦ ਕਿਸੇ ਦਾ ਨਾਮ ਹਟੇ ਕੇ ਹੋਰ ਲਿਖਣਾ ਐਡਾ ਆਸਾਨ ਕੰਮ ਨਹੀਂ ਹੋਏਗਾ। ਭਗਤ ਸਿੰਘ, ਰਾਜਗੁਰੂ, ਸੁਖਦੇਵ 23 ਮਾਰਚ ਦੇ ਨਾਇਕ ਇਸ ਕਰਕੇ ਨੇ ਕਿ ਉਸ ਦਿਨ ਫਾਂਸੀ ਲੱਗੀ, ਪਰ ਸੱਚ ਇਹ ਹੈ ਕਿ ਉਹ ਹਰ ਪਲ ਦੇ ਨਾਇਕ ਨੇ, ਹਰ ਉਸ ਯੁੱਗ ਦੇ ਨਾਇਕ ਨੇ ਜਿਸ ਯੁੱਗ ਵਿੱਚ ਵੀ ਆਮ ਸਧਾਰਨ ਬੰਦੇ ਨੂੰ ਦੁੱਖ, ਭੁੱਖ, ਕੁੱਲੀ ਗੁੱਲੀ ਜੁੱਲੀ ਦੀ ਜ਼ਰੂਰਤ ਪੂਰੀ ਨਹੀਂ ਹੁੰਦੀ। ਤਦ ਤੱਕ ਉਹਨਾਂ ਦੀ ਰੈਲੇਵੈਂਸ ਹੈ ਔਰ ਹਰ ਹਕੂਮਤ ਚਾਹੇ ਉਹ ਗੋਰੇ ਰੰਗ ਦੀ ਹੈ, ਕਾਲੇ ਰੰਗ ਦੀ ਹੈ, ਉਸ ਨਾਲ ਲੜਨ ਵਾਲਾ ਹਰ ਭਗਤ ਸਿੰਘ ਦਾ ਸਾਥੀ ਹਰ ਯੁੱਗ 'ਚ ਪੈਦਾ ਹੁੰਦਾ ਆ ਰਿਹਾ ਔਰ ਹਰ ਯੁੱਗ 'ਚ ਪੈਦਾ ਹੁੰਦਾ ਰਹੇਗਾ। ਇਸ ਗੱਲ ਨੂੰ ਇਹ ਆਖਣਾ ਕਿ ਉਹ ਗੋਰਿਆਂ ਦੇ ਖਿਲਾਫ ਲੜੇ ਸੀ, ਲੜਾਈ ਅੱਜ ਵੀ ਉਨੀ ਹੀ ਮਹੱਤਵਪੂਰਨ ਹੈ ਜਿੰਨੀ ਉਦੋਂ ਸੀ। ਸਧਾਰਨ ਬੰਦਾ ਉਦੋਂ ਵੀ ਇੰਨਾ ਹੀ ਆਤੁਰ ਸੀ ਜਿੰਨਾ। ਕੁਛ ਦੋਸਤ ਸਵਾਲ ਕਰਦੇ ਨੇ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਜ਼ਿਕਰ ਬਾਰ-ਬਾਰ ਕਿਸਾਨ ਸੰਘਰਸ਼ ਦੇ ਹਵਾਲੇ 'ਚ
ਵੱਖ-ਵੱਖ ਲੋਕਾਂ ਦੀਆਂ ਜ਼ਬਾਨਾਂ ਤੋਂ ਆਉਂਦਾ ਹੈ। ਜਦ ਕਿ ਭਗਤ ਸਿੰਘ ਤਾਂ ਫਰੰਗੀ ਹਕੂਮਤ ਦੇ ਖਿਲਾਫ ਲੜਿਆ ਸੀ। ਦੋਸਤੋ, ਭਗਤ ਸਿੰਘ, ਰਾਜਗੁਰੂ ਸੁਖਦੇਵ ਧਰਤੀ ਪੁੱਤਰ ਸਨ। ਧਰਤੀ ਦੀ ਅਜ਼ਮਤ ਵਾਸਤੇ ਲੜੇ ਸੀ। ਉਹ ਇਕੱਲੇ ਪੰਜਾਬ ਲਈ ਨਹੀਂ ਸੀ ਲੜੇ। ਉਹ ਇਕੱਲੇ ਆਜ਼ਾਦੀ ਜਿਸ ਕਿਸਮ ਦੀ ਹਾਸਲ ਆ ਉਸ ਵਾਸਤੇ ਨਹੀਂ ਸੀ ਲੜੇ। ਉਹ ਉਸ ਆਜ਼ਾਦੀ ਲਈ ਲੜੇ ਸੀ ਜਿਹੜੀ ਆਜ਼ਾਦੀ ਮਨੁੱਖ ਨੂੰ ਸਾਵੇਂ ਵਿਕਾਸ ਦੇ ਮੌਕੇ ਦਿੰਦੀ ਹੈ। ਰਾਜਨੀਤਿਕ, ਸਮਾਜਿਕ, ਆਰਥਿਕ, ਹਰ ਤਰ੍ਹਾਂ ਦੀ ਆਜ਼ਾਦੀ ਗਰੰਟੀ ਕਰਦੀ ਹੈ। ਉਹ ਆਜ਼ਾਦੀ ਤੁਸੀਂ ਆਪ ਲੱਭੋ। ਜੇਕਰ ਤੁਹਾਨੂੰ ਪ੍ਰਾਪਤ ਹੈ ਤਾਂ ਤੁਹਾਡਾ ਸੁਭਾਗ ਹੈ, ਜੇ ਨਹੀਂ ਪ੍ਰਾਪਤ ਤਾਂ ਉਸ ਆਜ਼ਾਦੀ ਦੀ ਹੀ ਜੰਗ ਅੱਜ ਤੱਕ ਜਾਰੀ ਕਰ ਰਹੇ ਨੇ ਭਗਤ ਸਿੰਘ ਦੇ ਸਾਥੀ, ਰਾਜਗੁਰੂ ਦੇ ਸਾਥੀ, ਸ਼ਹੀਦ ਸੁਖਦੇਵ ਦੇ ਸਾਥੀ। ਔਰ ਮੇਰਾ ਖਿਆਲ ਹੈ ਕਿ ਜੰਗ ਜਾਰੀ ਰਹਿਣੀ ਵੀ ਲਾਜ਼ਮੀ ਹੈ, ਕਿਉਂਕਿ ਜੇਕਰ ਵੱਖ-ਵੱਖ ਸਮੇਂ ਦੀਆਂ ਹਕੂਮਤਾਂ ਨੂੰ ਉਹਨਾਂ ਦੀ ਯਾਦਹਾਨੀ ਨਾ ਕਰਵਾਈ ਜਾਵੇ ਤਾਂ ਉਹ ਅਵੇਸਲੀਆਂ ਵੀ ਹੋ ਜਾਂਦੀਆਂ ਨੇ। ਇਹ ਕੋਈ ਜੰਗ ਨਹੀਂ, ਇਹ ਆਪਣੇ ਆਪ ਦੇ ਵਿੱਚ ਇੱਕ ਉਹ ਯਾਦਹਾਨੀ ਹੈ, ਉਹ ਚੇਤਾਵਨੀ ਹੈ ਕਿ ਲੋਕ ਆਪਣੇ ਸੁਪਨਿਆਂ ਦੀ ਪੂਰਤੀ ਵਾਸਤੇ ਤੁਹਾਨੂੰ ਬਾਰ-ਬਾਰ ਜਗਾਉਂਦੇ ਨੇ, ਚੇਤਾ ਕਰਾਉਂਦੇ ਨੇ। ਅੱਜ ਧਰਤੀ 'ਤੇ ਬਣੇ ਹੋਏ ਸੰਕਟ ਨੂੰ, ਜ਼ਮੀਨ ਦੇ ਸੰਕਟ ਨੂੰ, ਕਿਸਾਨੀ ਦੇ ਸੰਕਟ ਨੂੰ ਜੇ ਸਾਡੀਆਂ ਜਥੇਬੰਦੀਆਂ ਅੱਗੇ ਲੈ ਕੇ ਜਾ ਰਹੀਆਂ ਨੇ ਤਾਂ ਇਹਦਾ ਮਤਲਬ ਇਹੀ ਹੈ ਕਿ ਹਰ ਬੰਦੇ ਨੂੰ ਇਹ ਵੀ ਸਵਾਲ ਅਕਸਰ ਕੀਤਾ ਜਾਂਦਾ ਹੈ ਕਿ ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਤਾਂ ਅਡਾਪਟ ਕਰਦੀ ਹੈ, ਪਰ ਉਸ ਦੀ ਵਿਚਾਰਧਾਰਾ ਨੂੰ ਮੱਥੇ 'ਚ ਨਹੀਂ ਧਰਦੀ ਔਰ ਉਸ ਦੇ ਸ਼ਾਸਤਰੀ ਸਰੂਪ ਨੂੰ ਪ੍ਰਵਾਨ ਨਹੀਂ ਕਰਦੀ, ਜਦਕਿ ਉਸ ਦੇ ਸ਼ਸਤਰਧਾਰੀ ਸਰੂਪ ਨੂੰ ਹੀ ਬਹੁਤਾ ਉਭਾਰ ਕੇ ਸਾਹਮਣੇ ਰੱਖਿਆ ਜਾਂਦਾ ਹੈ। ਦੋਸਤੋ, ਇਹ ਕੁਛ ਗਰਜ਼ਾਂ ਹਕੂਮਤਾਂ ਦੀਆਂ ਵੀ ਹੁੰਦੀਆਂ, ਕੁਛ ਇੱਕ ਸਾਡੇ ਮਨ ਅੰਦਰ ਇੱਕ ਬੈਠੇ ਹੋਏ ਨਾਇਕ ਦਾ ਜਿਹੜਾ ਚਿੱਤਰ ਆ ਉਹ ਚਿੰਤਕ ਦੇ ਰੂਪ 'ਚ ਘੱਟ ਹੁੰਦਾ। ਉਹ ਇੱਕ ਹਥਿਆਰਬੰਦ ਯੋਧੇ ਦੇ ਰੂਪ 'ਚ ਜ਼ਿਆਦਾ ਸਾਨੂੰ ਹੁਣ ਤੱਕ ਸਿਖਾਇਆ ਗਿਆ। ਉਹਦਾ ਹੀ ਪ੍ਰਤਾਪ ਹੈ ਕਿ ਅੱਜ ਭਗਤ ਸਿੰਘ ਹੋਵੇ, ਰਾਜਗੁਰੂ ਹੋਵੇ, ਸੁਖਦੇਵ ਹੋਵੇ, ਉਸ ਦਾ ਤਿਉੜੀ ਵਾਲਾ ਮੱਥਾ ਹੀ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਉਸ ਦੇ ਮੱਥੇ ਵਿੱਚ ਜਗਦੇ ਚਿਰਾਗ ਜਿਹੜੇ ਨੇ, ਸੂਰਜ ਨੇ ਜਿਹੜੇ, ਉਹਨਾਂ ਦੇ ਨੇੜੇ ਸਾਨੂੰ ਨਹੀਂ ਲਿਆਂਦਾ ਜਾਂਦਾ। ਮੈਂ ਸਮਝਦਾ ਕਿ ਯੁਵਕ ਕੇਂਦਰ ਲਹਿਰ ਨੇ ਜਦੋਂ 1966-67 ਦੇ ਵਿੱਚ ਕੰਮ ਸ਼ੁਰੂ ਕੀਤਾ ਦੇਸ਼ ਭਗਤਾਂ ਦੀਆਂ ਲਿਖਤਾਂ ਨੂੰ ਸੰਭਾਲਣ ਦਾ, ਤਾਂ ਪ੍ਰੋਫੈਸਰ ਮਨਵਿੰਦਰਜੀਤ ਸਿੰਘ ਵੜੈਚ, ਪ੍ਰੋਫੈਸਰ ਜਗਮੋਹਨ ਸਿੰਘ ਔਰ ਹੋਰ ਸਾਥੀ ਸੀ ਜਿੰਨੇ ਵੀ ਨਾਲ ਲੱਗੇ ਹੋਏ, ਉਹਨਾਂ ਸਾਰਿਆਂ ਨੇ ਸਭ ਤੋਂ ਵੱਡਾ ਜਿਹੜਾ ਕਾਰਜ ਕੀਤਾ ਉਹ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ, ਗਦਰ ਪਾਰਟੀ ਦੇ ਸੂਰਮਿਆਂ ਦੀਆਂ ਜ਼ਿੰਦਗੀਆਂ ਜਦੋਂ ਰਿਕਾਰਡ ਕੀਤੀਆਂ ਤਾਂ ਉਸ ਵਿੱਚ ਪਹਿਲੀ ਵਾਰ ਸ਼ਾਇਦ 1973 ਜਾਂ 74 ਦੇ ਵਿੱਚ ਅਮਰਜੀਤ ਚੰਦਨ ਹੋਰਾਂ ਨੇ ਸ਼ਹੀਦ ਭਗਤ ਸਿੰਘ ਦੀਆਂ ਚਿੱਠੀਆਂ ਜਿਹੜੀਆਂ ਸੀ ਉਹ ਇਕੱਠੀਆਂ ਕੀਤੀਆਂ। ਬਾਅਦ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੇ ਉਹਨਾਂ ਦੀਆਂ ਸਮੁੱਚੀਆਂ ਲਿਖਤਾਂ ਨੂੰ, ਭਾਵੇਂ ਸੰਪਾਦਕੀ ਨੋਟ ਸੀ, ਚਾਹੇ ਉਹਨਾਂ ਦੇ ਕੁਛ ਮੂਵਮੈਂਟਸ ਬਾਰੇ ਲੇਖ ਸੀ, ਉਹ ਵੀ ਸਾਰੇ ਪਬਲਿਸ਼ ਕੀਤੇ। ਔਰ ਉਹਨਾਂ ਦੀ ਇੱਕ ਜੇਲ੍ਹ ਡਾਇਰੀ ਬਹੁਤ ਮਹੱਤਵਪੂਰਨ ਹੈ ਜਿਹੜੀ ਉਹਨਾਂ ਦੇ ਸ਼ਾਸਤਰੀ ਸਰੂਪ ਨੂੰ ਉਭਾਰਦੀ ਹੈ, ਅੱਗੇ ਲਿਆਉਂਦੀ ਹੈ। ਔਰ ਸ਼ਾਇਦ ਇਸੇ ਕਰਕੇ ਭਗਤ ਸਿੰਘ ਦਾ ਕੱਦ ਬਹੁਤ ਬਾਕੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿੰਨੀ ਕੁ ਲੋੜ ਹੈ ਉਸ ਇੱਕ ਨਾਇਕ ਦੇ ਅੰਦਰ ਉਸ ਕਿਸਮ ਦੇ ਸ਼ਸਤਰਧਾਰੀ ਨੂੰ ਵੇਖਣ ਦੀ। ਇਹ ਸ਼ਾਇਦ ਜਵਾਬ ਮੈਂ ਨਹੀਂ ਦੇ ਸਕਾਂਗਾ, ਵਕਤ ਜਵਾਬ ਦਿੰਦਾ ਹੈ। ਕਿਤੇ ਸ਼ਾਸਤਰ ਦੀ ਲੋੜ ਹੈ, ਕਿਤੇ ਸ਼ਸਤਰ ਦੀ ਲੋੜ ਹੈ। ਔਰ ਸ਼ਾਇਦ ਇਸੇ ਕਰਕੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦਾ ਜਿਹੜਾ ਟਕਰਾਓ ਹੋਏ ਉਹ ਉਹਨਾਂ ਲੋਕਾਂ ਨਾਲ ਹੈ ਜਿਹੜੇ ਯੁੱਗ ਬਦਲਣ ਵਾਸਤੇ ਥੋੜ੍ਹਾ ਨਰਮ ਨੀਤੀ ਅਖਤਿਆਰ ਕਰਦੇ ਨੇ। ਔਰ ਇਹਨਾਂ ਦੀ ਜਿਹੜੀ ਜਥੇਬੰਦੀ ਸੀ, ਉਸ ਜਥੇਬੰਦੀ ਦਾ ਵੀ ਅਕੀਦਾ ਇਹੀ ਸੀ ਕਿ ਜਿੱਥੇ ਬੋਲਿਆਂ ਨੂੰ ਉੱਚੀ ਆਵਾਜ਼ ਸੁਣਾਉਣਾ ਪਵੇ ਉੱਥੇ ਫੋਕੇ ਬੰਬ ਵੀ ਚਲਾਏ ਜਾ ਸਕਦੇ ਨੇ ਅਸੈਂਬਲੀ ਦੇ ਅੰਦਰ। ਜਿੱਥੇ ਕਿਤੇ ਕੋਈ ਕਤਲੋ ਗਾਰਤ ਦਾ ਸਿਖਰਲਾ ਡੰਡਾ ਲੱਭ ਜਾਵੇ ਤਾਂ ਉਸ ਨੂੰ ਸੋਧਿਆ ਵੀ ਜਾ ਸਕਦਾ। ਔਰ ਜ਼ਿਆਦਾਤਰ ਉਹਨਾਂ ਨੇ ਜਦੋਂ ਆਪਣੀਆਂ ਜਿਹੜੀਆਂ ਸਪੀਚਸ ਨੇ ਉਹ ਕੋਰਟ ਦੇ ਵਿੱਚ ਵੀ ਆਪਣੀਆਂ ਆਪ ਤਿਆਰ ਕਰਕੇ ਆਪ ਦਿੱਤੀਆਂ ਨੇ, ਆਪਣੀ ਸਫਾਈ ਆਪ ਦਿੱਤੀ ਹੈ। ਸੋ ਇਸ ਕਰਕੇ ਲੱਗਦਾ ਹੈ ਕਿ ਜਿਸ ਕਿਸਮ ਦਾ ਚਰਚਾ ਉਹਨਾਂ ਬਾਰੇ ਇਹ ਮਿਲਦਾ ਹੈ ਕਿ ਉਹਨਾਂ ਨੇ ਮਰਨ ਦੇ ਆਖਰੀ ਵਕਤ ਤੱਕ ਵੀ, ਫਾਂਸੀ ਦੇ ਤਖਤੇ 'ਤੇ ਚੜ੍ਹਨ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਪੁਸਤਕ ਦਾ ਪੰਨਾ ਮਰੋੜਿਆ ਅਤੇ ਆਖਿਆ ਕਿ ਇਸ ਪੁੰਨੇ ਤੋਂ ਅੱਗੇ ਮੈਂ ਦੂਸਰੇ ਜਨਮ 'ਚ ਆ ਕੇ ਪੜ੍ਹਨਾ ਸ਼ੁਰੂ ਕਰਾਂਗਾ। ਜਾਂ ਪ੍ਰਤੀਕਾਤਮਕ ਰੂਪ 'ਚ ਵੀ ਕਿਹਾ ਜਾ ਸਕਦਾ ਹੈ ਕਿ ਮੈਂ ਜਾ ਰਿਹਾ ਮੇਰੇ ਵਤਨ ਦੇ ਨੌਜਵਾਨੋਂ, ਇਸ ਤੋਂ ਅਗਲੇ ਪੰਨੇ ਤੁਸੀਂ ਪੜ੍ਹਨੇ ਨੇ, ਤੁਸੀਂ ਪਲਟਣੇ ਨੇ। ਹੁਣ ਇਹ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ ਕਿ ਉਸ ਪੰਨੇ ਨੂੰ ਕਿਵੇਂ ਪੜ੍ਹਦੇ ਨੇ, ਕਿਵੇਂ ਵਿਚਾਰਦੇ ਨੇ, ਕਿਵੇਂ ਮੱਥਿਆਂ 'ਚ ਧਰਦੇ ਨੇ। ਇਹ ਇੱਕ ਜ਼ਿੰਮੇਵਾਰੀ ਆਉਣ ਵਾਲੇ ਯੁੱਗ ਦੇ ਨੌਜਵਾਨਾਂ ਦੀ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਣ ਜਾਂ ਕਰਤਾਰ ਸਿੰਘ ਸਰਾਭਾ ਹੋਣ ਜਾਂ ਸ਼ਹੀਦ ਊਧਮ ਸਿੰਘ ਹੋਣ, ਮੈਨੂੰ ਹਰ ਪਲ ਉਹ ਨਜ਼ਮ ਯਾਦ ਜ਼ਰੂਰ ਆਉਂਦੀ ਹੈ ਜਿਹੜੀ ਕਦੇ ਇੰਡੋਨੇਸ਼ੀਆ ਦੇ ਕਿਸੇ ਕਵੀ ਨੇ ਲਿਖੀ ਸੀ। ਅਨਵਰ ਨਾਂ ਸੀ ਉਸ ਸ਼ਾਇਰ ਦਾ ਔਰ ਪੰਜਾਬੀ 'ਚ ਅਨੁਵਾਦ ਉਸ ਦਾ ਰਾਜ ਕਸ਼ਮੀਰੀ ਹੋਰਾਂ ਨੇ ਕੀਤਾ।
ਉਹਨਾਂ ਨੂੰ ਕੁਝ ਇਸ ਤਰ੍ਹਾਂ ਸੀ, ਸ਼ਹੀਦ ਦੇ ਬੋਲ ਉਹਨਾਂ ਦਾ ਨਾਂ ਹੈ ਕਿ ਮੰਨਿਆ ਕੁਝ ਵੀ ਨਹੀਂ ਬਾਕੀ ਰਿਹਾ, ਸਾਡੀਆਂ ਨਿਰਜਿੰਦ ਹੱਡੀਆਂ ਦੇ ਸਿਵਾ, ਫਿਰ ਵੀ ਸਾਡੀ ਤੁਹਾਡੀ ਸਾਂਝ ਹੈ, ਮੌਤ ਪਿੱਛੋਂ ਵੀ ਤੁਹਾਡੇ ਹਾਂ ਅਸੀਂ। ਤੁਸਾਂ ਸਾਡੀ ਮੌਤ ਦਾ ਮੁੱਲ ਪਾਵਣਾ ਤੇ ਤੁਸਾਂ ਕਰਨਾ ਹੁਣ ਇਹ ਫੈਸਲਾ, ਕਿਸ ਲਈ ਸਨ ਅਸਾਂ ਜਾਨਾਂ ਵਾਰੀਆਂ, ਜਾਂ ਅਸੀਂ ਮਰ ਗਏ ਸਹਿਵੇਂ ਬੇਵਜ੍ਹਾ। ਸਮੇਂ ਦੇ ਹੋਠਾਂ ਦੀ ਫਰਕਣ ਹੋ ਤੁਸੀਂ, ਅਸੀਂ ਤਾਂ ਨਿਰਸ਼ਬਦ ਬੇਆਵਾਜ਼ ਹਾਂ, ਫਿਰ ਵੀ ਘੜੀ ਦੀ ਟਿਕ ਟਿਕ ਜਦੋਂ ਹੈ ਗੂੰਜਦੀ, ਇਹੋ ਹੀ ਪੈਗਾਮ ਦਿੰਦੀ ਹੈ ਸਦਾ, ਯਾਦ ਸਾਡੀ ਨੂੰ ਤੁਸਾਂ ਹੀ ਸਾਂਭਣਾ ਤੇ ਅਸਾਂ ਦੀ ਰੂਹ ਨੂੰ ਜਿਉਂਦੇ ਰੱਖਣਾ। ਦੋਸਤੋ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹਾਦਤ ਦਿਹਾੜੇ 'ਤੇ ਰਾਜ ਕਸ਼ਮੀਰੀ ਦੀਆਂ 2 ਰਵਾਈਆਂ ਸੁਣਾ ਕੇ ਮੈਂ ਗੱਲ ਖਤਮ ਕਰਾਂਗਾ। ਉਹਨਾਂ ਨੇ ਕਿਹਾ ਕਿ ਵਤਨਾਂ ਦੇ ਲੇਖੇ ਲੱਗਦਾ ਏ ਇੱਕ ਇੱਕ ਅਰਮਾਨ ਸ਼ਹੀਦਾਂ ਦਾ, ਤੇ ਦੇਸ਼ ਦੀ ਖਾਤਰ ਮਰਨਾ ਹੀ ਹੁੰਦਾ ਈਮਾਨ ਸ਼ਹੀਦਾਂ ਦਾ। ਦੇ ਦੇ ਕੁਰਬਾਨੀ ਵੀਰਾਂ ਦੀ, ਹਰ ਕੌਮ ਜਵਾਨੀ ਚੜ੍ਹਦੀ ਏ, ਵਤਨਾਂ ਦੇ ਸਿਰ 'ਤੇ ਰਹਿੰਦਾ ਏ ਹਰਦਮ ਅਹਿਸਾਨ ਸ਼ਹੀਦਾਂ ਦਾ। ਦੂਸਰੀ ਸੀ ਕਿ ਉੱਠ ਬਦਲੀ ਨੇ ਇਨਸਾਨ ਦੀ ਤਕਦੀਰ ਹਾਲੇ ਵੀ, ਨਜ਼ਰ ਸਖਣੀ ਏ ਗਲਮਾ ਲੀਰੋ ਲੀਰ ਹਾਲੇ ਵੀ, ਤੇ ਆਵਾਜ਼ਾਂ ਮਾਰਦੀ ਏ ਦੇਸ਼ ਦੀ ਭਟਕੀ ਜਵਾਨੀ ਨੂੰ, ਮਾਨਵਤਾ ਦੇ ਪੈਰੀਂ ਛਣਕਦੀ ਜੰਜੀਰ ਹਾਲੇ ਵੀ।